रेडियो एशिया ते टीवी एट एशिया लिए मैं चंडीगढ़ स्टूडियो तो सुशील दोसांझ। प्यारे ਸਰੋਤਿਓ ਤੇ ਦਰਸ਼ਕੋ, ਅਸੀਂ ਆਪਣੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਮਿਲ ਰਹੇ ਹਾਂ। ਇਸ ਪ੍ਰੋਗਰਾਮ ਦਾ ਨਾਮ ਹੈ ਘਰ ਆਏ ਮਹਿਮਾਨ। ਕੋਸ਼ਿਸ਼ ਕਰਾਂਗੇ ਹਰ ਹਫਤੇ ਤੁਹਾਨੂੰ ਇੱਕ ਮਹਿਮਾਨ ਦੇ ਨਾਲ ਮਿਲਾਈਏ। ਉਹ ਮਹਿਮਾਨ ਕਿਸੇ ਵੀ ਖੇਤਰ 'ਚ ਹੋ ਸਕਦਾ, ਚਾਹੇ ਉਹ ਕਲਾ ਦਾ ਖੇਤਰ ਹੋਵੇ, ਸਾਹਿਤ ਦਾ ਖੇਤਰ ਹੋਵੇ, ਸੱਭਿਆਚਾਰ ਦਾ ਖੇਤਰ ਹੋਵੇ ਜਾਂ ਫਿਰ ਸਿਆਸਤ ਦਾ ਵੀ ਖੇਤਰ ਹੋਵੇ। ਕੋਸ਼ਿਸ਼ ਕਰਾਂਗੇ ਹਰ ਹਫਤੇ ਤੁਹਾਨੂੰ ਇੱਕ ਹਸਤੀ ਨਾਲ ਮਿਲਾਈਏ। ਅੱਜ ਇਸ ਸਿਲਸਿਲੇ ਦੀ ਪਹਿਲੀ ਮੁਲਾਕਾਤ ਜਿਹੜੀ ਸਾਡੀ ਹੋ ਰਹੀ ਹੈ ਉਹ ਨੇ ਗੁਰਵਿੰਦਰ ਗੌਰੀ। ਗੁਰਵਿੰਦਰ ਗੌਰੀ ਪੰਜਾਬੀ ਥੀਏਟਰ ਦੇ ਨਾਲ ਪੰਜਾਬੀ ਸਿਨੇਮਾ ਅਤੇ ਪੰਜਾਬੀ ਦੀ ਜਿਹੜੀ ਟੀਵੀ ਦੀ ਦੁਨੀਆ ਨਾਲ ਜਿਹੜੀ ਹਿੰਦੀ ਦੀ ਜਿਹੜੀ ਟੀਵੀ ਦੀ ਦੁਨੀਆ ਉਹਨਾਂ ਦਾ ਵੀ ਉਹ ਜਾਣਿਆ ਪਛਾਣਿਆ ਨਾਂ ਨੇ। ਮੈਨੂੰ ਯਾਦ ਹੈ ਕਿ ਨੀਅਰ ਅਬਾਊਟ ਸ਼ਾਇਦ 20 ਸਾਲ ਪਹਿਲਾਂ ਇੱਕ ਫਿਲਮ ਅਸੀਂ ਦੇਖੀ ਜਿਹੜੀ ਹਰਭਜਨ ਮਾਨ ਜਿਹਦੇ ਵਿੱਚ ਐਜ਼ ਏ ਨਾਇਕ ਸਨ ਅਤੇ ਮਨਮੋਹਨ ਹੋਰਾਂ ਨੇ ਉਹ ਬਣਾਈ ਸੀ ਅਤੇ ਮਿੱਟੀ ਵਾਜਾ ਮਾਰਦੀ, ਜਿਹਦੇ 'ਚ ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਵੀਰ ਦੇ ਓਪੋਜਿਟ ਸਨ ਗੁਰਵਿੰਦਰ ਗੌਰੀ। ਉਦੋਂ ਤੋਂ ਲੈ ਕੇ ਹੁਣ ਤੱਕ ਚੱਲ ਸੋ ਚੱਲ ਹੈ। ਇਹ ਨਕੋਦਰ ਦੇ ਏਰੀਏ ਤੋਂ ਨੇ, ਬੇਸਿਕਲੀ ਪਿੱਛੋਂ ਜਨਮ ਨਕੋਦਰ ਹੋਇਆ ਅਤੇ ਪੜ੍ਹਾਈ ਵੀ DAV ਕਾਲਜ ਨਕੋਦਰ ਹੋਈ ਅਤੇ ਉਸ ਤੋਂ ਬਾਅਦ ਫਿਰ ਆਪਣੇ ਕਹਿ ਲਓ ਵੀ ਜੀਵਨ ਸਾਥੀ ਦੇ ਨਾਲ ਰੋਹਤਕ ਪਹੁੰਚੇ ਅਤੇ ਰੋਹਤਕ ਤੋਂ ਫਿਰ ਬੋਂਬੇ ਦਾ ਸਫ਼ਰ, ਬੋਂਬੇ ਤੋਂ ਫਿਰ ਵਾਪਸ ਚੰਡੀਗੜ੍ਹ ਦਾ ਸਫ਼ਰ। ਇਹ ਸਾਰੇ ਸਫ਼ਰ ਬਾਰੇ ਆਪਾਂ ਚਰਚਾ ਕਰਾਂਗੇ। ਗੁਰਵਿੰਦਰ ਗੌਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਘਰ ਆਏ ਮਹਿਮਾਨ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸ਼ੁਕਰੀਆ ਤੁਹਾਡਾ ਸੁਸ਼ੀਲ ਜੀ। ਬਹੁਤ ਮਿਹਰਬਾਨੀ ਗੁਰਵਿੰਦਰ ਗੌਰੀ ਜੀ। ਅਸੀਂ ਚਾਹੁੰਦੇ ਇਹ ਆ ਵੀ ਆਪਾਂ ਜਿਹੜੀਆਂ ਗੱਲਾਂ ਕਰੀਏ ਉਹਦੇ 'ਚ ਜਿੱਥੇ ਤੁਹਾਡਾ ਜਿਹੜਾ ਸੰਘਰਸ਼ ਹੈ, ਸਟਰਗਲ ਹੈ, ਕਿਉਂਕਿ ਇਹ ਬੜਾ ਵਾਈਡ ਕਿਸਮ ਦਾ ਜਿਹੜਾ ਖੇਤਰ ਹੈ ਫਿਲਮ ਦਾ ਜਾਂ ਟੈਲੀਵਿਜ਼ਨ ਦਾ, ਇਹਦੇ 'ਚ ਬੜੇ ਲੋਕ ਜਾਂਦੇ ਆ, ਬਹੁਤ ਕੋਸ਼ਿਸ਼ ਕਰਦੇ ਆ, ਸਟੈਬਲਿਸ਼ ਹੋਣ ਦੀ ਕੋਸ਼ਿਸ਼ ਕਰਦੇ ਆ, ਬਹੁਤ ਕੁਝ ਇੱਦਾਂ ਦਾ ਵੀ ਵਾਪਰ ਜਾਂਦਾ ਜਿਹੜਾ ਕਈ ਵਾਰੀ ਸਾਨੂੰ ਤਕਲੀਫ ਵੀ ਦਿੰਦਾ। ਤੁਹਾਡਾ ਇਹ ਸਫ਼ਰ ਜਿਹੜਾ ਨਕੋਦਰ ਤੋਂ ਲੈ ਕੇ ਰੋਹਤਕ ਤੱਕ ਦਾ, ਰੋਹਤਕ ਤੋਂ ਬੋਂਬੇ ਤੱਕ ਦਾ, ਬੋਂਬੇ ਤੋਂ ਹੁਣ ਤੁਸੀਂ ਇੱਕ ਚੈਨਲ ਜਿਹੜਾ ਕਲਰ ਚੈਨਲ ਹੈ ਉਹਦਾ ਇੱਕ ਸੀਰੀਅਲ ਜਿਹੜਾ ਹੁਣੇ ਸ਼ੁਰੂ ਹੋਇਆ ਉਡਾਰੀਆਂ, ਉਹਦੇ 'ਚ ਇੱਕ ਖਾਸ ਭੂਮਿਕਾ ਦੇ ਵਿੱਚ ਹੋ ਤੁਸੀਂ। ਅਤੇ ਇਹਨੂੰ ਥੋੜ੍ਹਾ ਤੁਸੀਂ ਬਰੀਫਲੀ ਥੋੜ੍ਹਾ ਸਾਡੇ ਦਰਸ਼ਕਾਂ ਅਤੇ ਸਰੋਤਿਆਂ ਨਾਲ ਸਾਂਝਾ ਕਰੋ। ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰੇ ਜਿਹੜੀ ਜੰਮਪਲ ਹੈਗੀ ਆ ਉਹ ਮੈਂ ਨਕੋਦਰ ਤੋਂ ਹਾਂ ਅਤੇ ਨਕੋਦਰ ਤੁਹਾਨੂੰ ਪਤਾ ਹੀ ਹੈ ਕਿ ਛੋਟਾ ਜਿਹਾ ਸ਼ਹਿਰ ਹੈ ਅਤੇ ਮੈਂ ਕਦੀ ਮੈਰਿਜ ਤੋਂ ਪਹਿਲਾਂ ਨਹੀਂ ਸੀ ਸੋਚਿਆ ਕਿ ਮੈਂ ਕਦੇ ਇਸ ਲਾਈਨ ਦੇ ਵਿੱਚ ਜਾਵਾਂਗੀ ਜਾਂ ਮੈਂ ਐਕਟਰ ਬਣਾ। ਮੈਂ ਆਪਣੇ ਆਪ ਨੂੰ ਐਕਸਪਲੋਰ ਹੀ ਨਹੀਂ ਸੀ ਕੀਤਾ ਸ਼ਾਇਦ। ਕਾਲਜ ਦੇ ਵਿੱਚ ਪੜ੍ਹਾਈ ਕੰਪਲੀਟ ਕੀਤੀ, ਇੱਕ ਸੀਗਾ ਕਿ ਹਾਇਰ ਐਜੂਕੇਸ਼ਨ ਲੈ ਕੇ ਮੈਂ ਕਿਤੇ ਸੈਟਲ ਹੋ ਜਾਵਾਂਗੀ, ਕੁਛ ਨਾ ਕੁਛ ਜੋਬ ਕਰ ਲਾਂਗੀ। ਮੈਂ ਕੀਤੀ ਵੀ DAV ਕਾਲਜ ਨਕੋਦਰ ਦੇ ਵਿੱਚ ਜਿੱਥੋਂ ਮੈਂ ਪੜ੍ਹੀ ਹਾਂ, ਉਸੇ ਕਾਲਜ ਦੇ ਵਿੱਚ ਮੈਂ ਐਜ਼ ਅ ਲੈਕਚਰਰ ਜੋਬ ਵੀ ਕੀਤੀ। ਅੱਛਾ। ਅਤੇ ਉਸ ਜੋਬ ਦੇ ਦੌਰਾਨ ਐਕਸਟਰਾ ਕੈਰੀਕੂਲਰ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਂਦੇ ਹੋਏ ਮੇਰੀ ਡਿਊਟੀ ਥੀਏਟਰ ਵਾਲੇ ਪਾਸੇ ਲੱਗ ਜਾਂਦੀ ਸੀ ਅਤੇ ਰੁਝਾਨ ਹੋਣ ਕਰਕੇ ਇੰਜੋਏ ਵੀ ਕਰਦੀ ਸੀ ਉਸ ਚੀਜ਼ ਨੂੰ। ਅਤੇ ਉਹ ਰੁਝਾਨ ਜ਼ਰੂਰ ਸੀਗਾ ਪਰ ਕਦੀ ਆਪਣੇ ਆਪ ਨੂੰ ਐਜ਼ ਐਨ ਐਕਟਰ ਐਕਸਪਲੋਰ ਨਹੀਂ ਸੀ ਕੀਤਾ। ਉਸ ਤੋਂ ਬਾਅਦ ਮੈਰਿਜ ਹੋ ਗਈ। ਮੈਰਿਜ ਤੋਂ ਬਾਅਦ ਮੈਂ ਰੋਹਤਕ ਪਹੁੰਚੀ। ਉੱਥੇ ਵੀ ਮਾਹੌਲ ਬਹੁਤ ਖੁੱਲ੍ਹਾ ਸੀਗਾ ਮੇਰੇ ਘਰ ਦਾ। ਮੈਨੂੰ ਲੱਗਦਾ ਉਹ ਰੋਹਤਕ ਦੇ ਵਿੱਚ ਉਹਨਾਂ ਦਿਨਾਂ ਜਦੋਂ ਤੁਹਾਡਾ ਵਿਆਹ ਹੋਇਆ ਤੇ ਉਦੋਂ ਗਿਆਨ ਵਿਗਿਆਨ ਇੱਕ ਕੰਪੇਨ ਚੱਲ ਰਹੀ ਸੀ ਜਿਸ 'ਚ ਬਹੁਤ ਸਾਰੇ ਥੀਏਟਰ, ਈਵਨ ਤੁਹਾਡੇ ਹਸਬੈਂਡ ਵੀ ਥੀਏਟਰ ਦੇ ਨਾਲ ਜੁੜੇ ਹੋਏ ਸੀ, ਕੁਝ ਬਹੁਤ ਸਾਰੇ ਇੱਦਾਂ ਦੇ ਲੋਕ ਸੀ, ਸ਼ਾਇਦ ਤੁਹਾਨੂੰ ਇੱਕ ਪਲੇਟਫਾਰਮ ਉੱਥੇ ਮਿਲ ਗਿਆ। ਬਿਲਕੁਲ, ਮੈਂ ਉਹੀ ਕਹਿ ਰਹੀ ਹਾਂ ਨਾ ਕਿ ਕਿਉਂਕਿ ਮੈਨੂੰ ਉੱਥੇ ਵੀ ਉੱਦਾਂ ਦਾ ਹੀ ਖੁੱਲ੍ਹਾ ਜਿਹਾ ਮਾਹੌਲ ਮਿਲ ਗਿਆ ਅਤੇ ਮੈਂ ਹੌਲੀ ਹੌਲੀ ਉਹਦੇ ਵਿੱਚ ਵੜਦੀ ਚਲੀ ਗਈ। ਥੋੜ੍ਹਾ ਬਹੁਤ ਥੀਏਟਰ ਵੀ ਕਰਦੀ ਰਹੀ ਉੱਥੇ, ਬਹੁਤ ਲੋਕਲ ਲੈਵਲ ਤੱਕ ਦਾ, ਬਹੁਤ ਜ਼ਿਆਦਾ ਵੱਡੇ ਉਸਦਾ ਤਾਂ ਨਹੀਂ ਕੀਤਾ ਪਰ ਫਿਰ ਇੱਕ ਤੁਹਾਡਾ ਇੱਕ ਜਾਣ ਪਹਿਚਾਣ ਬਣ ਜਾਂਦੀ, ਫਿਰ ਹੌਲੀ ਹੌਲੀ ਤੁਸੀਂ ਗਾਂਹ ਵੱਧ ਜਾਂਦੇ ਆ। ਸਟਾਰਟ ਮੈਂ ਵੈਸੇ ਪ੍ਰੋਫੈਸ਼ਨਲੀ ਅਗਰ ਕਿਹਾ ਜਾਏ ਤਾਂ ਸਟਾਰਟ ਮੈਂ ਰੇਡੀਓ ਤੋਂ ਕੀਤਾ। ਅੱਛਾ, ਐਜ਼ ਐਂਕਰ? ਐਜ਼ ਐਨ ਐਂਕਰ। ਓਕੇ, ਕਿਹੜੇ ਰੇਡੀਓ ਤੇ ਸੀ? ਆਕਾਸ਼ਵਾਣੀ। ਅੱਛਾ, ਆਕਾਸ਼ਵਾਣੀ। ਉਹ ਮਤਲਬ ਰੋਹਤਕ ਆਕਾਸ਼ਵਾਣੀ? ਰੋਹਤਕ ਆਕਾਸ਼ਵਾਣੀ, ਹਾਂਜੀ। ਮੇਰਾ ਪੰਜਾਬੀ 'ਚ ਨਹੀਂ, ਹਿੰਦੀ 'ਚ ਆਡੀਸ਼ਨ ਕਲੀਅਰ ਹੋਇਆ ਸੀ। ਅੱਛਾ, ਠੀਕ ਹੈ। ਹਾਂ, ਇਹ ਇੱਕ ਬੜੀ ਗੱਲ ਇਸ ਤਰ੍ਹਾਂ ਦੀ ਸੀਗੀ ਕਿ SD ਸਾਹਿਬ ਨੂੰ ਬੜਾ ਲੱਗਿਆ ਸੀਗਾ ਉਸ ਟਾਈਮ 'ਤੇ ਜਿਹੜੇ ਸੀਗੇ ਕਿ ਉਹਨਾਂ ਨੂੰ ਲੱਗਿਆ ਸੀ ਪੰਜਾਬ ਤੋਂ ਇਹ ਆਕਾਸ਼ਵਾਣੀ ਨਹੀਂ ਸਿੱਧੀ ਬੋਲੇਗੀ, ਇਹ ਆਕਾਸ਼ਵਾਣੀ ਬੋਲੇਗੀ। ਕਿਉਂਕਿ ਸਾਡਾ ਐਕਸੈਂਟ ਉਸ ਕਿਸਮ ਦਾ, ਕਈ ਚੀਜ਼ਾਂ ਜਿਹੜੇ ਅਸੀਂ ਹਿੰਦੀ 'ਚ ਵੀ ਬੋਲਦੇ ਆ ਉਹਦਾ ਜਿਹੜਾ ਐਕਸੈਂਟ ਉਹ ਪੰਜਾਬੀ ਸਾਡਾ ਇਸ ਕਿਸਮ ਦਾ ਹੋ ਜਾਂਦਾ। ਅਸੀਂ ਤਾਂ ਅੰਗਰੇਜ਼ੀ ਦੇ ਲਫ਼ਜ਼ਾਂ ਨੂੰ ਵੀ
ਸਟੇਸ਼ਨ ਨੂੰ ਟੇਸ਼ਨ ਕਹਿੰਦੇ ਆ। ਬਿਲਕੁਲ। ਤੇ ਪਰ ਉਹ ਐਸਡੀ ਸਾਹਿਬ ਬੜੇ ਇੰਪ੍ਰੈਸ ਹੋਏ, ਉਹਨਾਂ ਨੇ ਮੈਨੂੰ ਬੁਲਾਇਆ, ਉਹਨਾਂ ਨੇ ਕਿਹਾ ਯਾਰ ਮੈਂ ਬੜੀ ਤੇਰੇ ਕੋਲ 4-5 ਵਾਰੀ ਬਹਾਨੇ ਸਿਰ ਬੁਲਵਾਉਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਤਾਂ ਤੂੰ ਅਟਕੇਂਗੀ, ਪਰ ਤੂੰ ਹਿੰਦੀ ਦਾ ਆਡੀਸ਼ਨ ਪਾਸ ਕਰ ਗਈ ਹੈ। ਬਹੁਤ ਅੱਛੀ ਗੱਲ। ਸੋ ਇਸ ਤਰ੍ਹਾਂ ਮੇਰੀ ਸ਼ੁਰੂਆਤ ਹੋਈ। ਕੁਝ ਟਾਈਮ ਮੈਂ ਰੇਡੀਓ ਕੀਤਾ। ਓਕੇ। ਤੇ ਫਿਰ ਇਹ ਜਿਹੜਾ ਤੁਹਾਡਾ ਫਿਲਮਾਂ ਵੱਲ ਆਉਣਾ ਕਿਵੇਂ ਹੋਇਆ? ਤੁਸੀਂ ਫਿਲਮਾਂ 'ਚ ਆਏ ਤੇ ਉਹਦੇ 'ਚ ਉਹ ਵੀ ਇੱਕ ਬਹੁਤ ਵੱਡੇ ਪ੍ਰੋਜੈਕਟ ਨਾਲ ਜੁੜ ਕੇ ਆਏ। ਨਹੀਂ, ਮੈਂ ਸਿੱਧਾ ਫਿਲਮਾਂ 'ਚ ਨਹੀਂ ਆਈ। ਅੱਛਾ। ਐਕਚੁਅਲੀ ਕੁਝ ਲੱਗਦਾ ਸੀਗਾ ਕਿ ਕੁਝ ਕਰੀਏ ਰੇਡੀਓ ਤੋਂ ਬਾਅਦ। ਇਸ ਤਰ੍ਹਾਂ ਹੀ ਚੰਡੀਗੜ੍ਹ ਕੁਝ ਦੋਸਤ ਮਿੱਤਰ ਹੈਗੇ, ਉਹਨਾਂ ਨਾਲ ਮਿਲਣ ਆਏ ਸੀਗੇ ਤੇ ਉਹਨਾਂ ਨੂੰ ਇੱਛਾ ਜ਼ਾਹਿਰ ਕੀਤੀ ਕਿ ਕੁਝ, ਕਿਉਂਕਿ ਮੈਂ ਐਜ਼ ਐਨ ਐਂਕਰ ਕੰਮ ਕਰ ਰਹੀ ਸੀਗੀ ਰੇਡੀਓ ਦੇ ਵਿੱਚ ਨਾ, ਤਾਂ ਮੈਨੂੰ ਸੀਗਾ ਕਿ ਮੈਂ ਨਿਊਜ਼ ਰੀਡਰ ਜਾਂ ਕੁਝ ਇਸ ਤਰ੍ਹਾਂ ਹੈ ਨਾ ਕਰਾਂ। ਉਹਦੇ ਲਈ ਮੈਂ ਆਡੀਸ਼ਨ ਕਰਨ ਗਈ ਸੀਗੀ। ਅਲਫਾ ਪੰਜਾਬੀ ਉਸ ਟਾਈਮ ਤੇ ਹੁੰਦਾ ਸੀਗਾ। ਜੀ। ਪਰ ਸਮਹਾਉ ਉਹਦੇ 'ਚ ਕੁਝ ਜ਼ਿਆਦਾ ਐਕਸਪਲੋਰ ਅਸੀਂ ਨਹੀਂ ਕਰ ਪਾਏ, ਕਿਉਂਕਿ ਉਸ ਟਾਈਮ ਤੱਕ ਮੇਰੇ ਕੋਲ ਛੋਟਾ ਬੱਚਾ ਸੀਗਾ। ਹਾਂ, ਇਹ ਤਾਂ ਹੈ। ਦੇਖੋ, ਜਿਹੜੀਆਂ ਵਰਕਿੰਗ ਵੂਮਨਸ ਵੀ ਹੁੰਦੀਆਂ, ਨਾਲ ਹਾਊਸ ਵਾਈਫ ਵੀ ਹੈ, ਤੇ ਉਹ ਸਾਰਾ ਪਰਿਵਾਰ ਵੀ ਦੇਖਣਾ, ਸੋ ਨਿੱਕੇ ਬੱਚਿਆਂ ਦਾ ਖਿਆਲ ਵੀ ਰੱਖਣਾ, ਬੜਾ ਔਖੇ ਕੰਮ ਨੇ ਇਹ। ਤੇ ਇਹਦੇ ਤੇ ਅੱਗੇ ਵੀ ਆਪਾਂ ਸਵਾਲ ਕਰਾਂਗੇ, ਪਰ ਮੈਂ ਪੁੱਛਣਾ ਪਹਿਲਾਂ ਇਹੀ ਚਾਹੁੰਦਾ ਵੀ ਇਸ ਪਾਸੇ ਵੱਲ ਨੂੰ ਜਾਂਦਿਆਂ ਤੁਸੀਂ ਫਿਲਮਾਂ ਵੱਲ ਆਏ, ਫਿਰ ਲੜੀਵਾਰਾਂ ਵੱਲ ਗਏ, ਸੀਰੀਅਲਸ ਵੱਲ ਗਏ। ਉਹ ਕਿਵੇਂ ਤੁਹਾਡਾ ਸਫ਼ਰ ਇਹ ਸ਼ੁਰੂ ਹੁੰਦਾ? ਬਸ ਉਹੀ ਸੀਗਾ ਕਿ ਨਿਊਜ਼ ਰੀਡਰ ਦਾ ਮੈਂ ਨਹੀਂ ਕਰ ਪਾਈ, ਕਿਉਂਕਿ ਬੱਚਾ ਛੋਟਾ ਸੀਗਾ, ਉਹਦੇ ਟਾਈਮਿੰਗਸ ਔਡ ਸੀਗੇ। ਤਾਂ ਉਹ ਗੱਲ ਕਰਦੇ ਦੋਸਤਾਂ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਇੱਕ ਸੀਰੀਅਲ ਬਣ ਰਿਹਾ ਹੈ ਤੇ ਉਹਨੂੰ ਸੁਖਵੰਤ ਢੱਡਾ ਜੀ ਡਾਇਰੈਕਟ ਕਰ ਰਹੇ ਆ, ਤੇ ਤੁਸੀਂ ਅਗਰ ਇੰਟਰਸਟਿਡ ਹੋ। ਤਾਂ ਮੈਂ ਕਿਹਾ ਮੈਂ ਤਾਂ ਕੀਤਾ ਹੀ ਨਹੀਂ, ਮੈਂ ਐਕਟਿੰਗ ਬਾਰੇ ਤਾਂ ਕਦੀ ਐਕਸਪਲੋਰ ਹੀ ਨਹੀਂ ਕੀਤਾ ਕਿ ਮੈਂ ਐਕਟਿੰਗ ਵੀ ਕਰ ਸਕਦੀ ਹਾਂ। ਉਹ ਕਹਿੰਦੇ ਨਹੀਂ, ਤੁਸੀਂ ਥੀਏਟਰ ਨਾਲ ਜੁੜੇ ਰਹੇ ਹੋ, ਸਾਰਾ ਕੁਝ ਕੀਤਾ। ਮੈਂ ਕਿਹਾ ਟੀਵੀ ਲਈ ਜਾਂ ਸਿਨੇਮਾ ਲਈ ਮੈਂ ਕਦੀ ਨਹੀਂ ਸੋਚਿਆ ਸੀਗਾ, ਕੈਮਰਾ ਫੇਸ ਨਹੀਂ ਕੀਤਾ ਸੀਗਾ ਕਦੀ। ਤੇ ਉਹਨਾਂ ਨੇ ਕਿਹਾ ਉਹਦੇ 'ਚ ਕਿਹੜਾ ਇੱਥੇ ਕੋਈ ਰਾਕਟ ਸਾਇੰਸ ਹੈ, ਕਰ ਲਓ। ਮਤਲਬ ਉਹ ਦੋਸਤਾਂ ਮਿੱਤਰਾਂ ਦੀ ਹੱਲਾਸ਼ੇਰੀ ਦੇ ਨਾਲ ਮੈਂ ਇੱਕ ਆਡੀਸ਼ਨ ਤੇ ਚਲੀ ਗਈ ਉੱਥੇ। ਤੇ ਮੈਂ ਸੱਚੀ ਦੱਸਾਂ ਤਾਂ ਮੈਂ ਡਾਇਰੈਕਟਰ ਤੋਂ ਇੰਪ੍ਰੈਸ ਹੋ ਗਈ ਸੀ। ਮੈਨੂੰ ਲੱਗਿਆ ਯਾਰ ਇੰਨੇ ਵੱਡੇ ਡਾਇਰੈਕਟਰ ਹੈਗੇ ਆ। ਹਾਂ, ਬਿਲਕੁਲ। ਇਹ ਤਾਂ ਲਾਜ਼ਮੀ। ਸੁਖਵੰਤ ਢੱਡਾ ਹੋਰਾਂ ਦਾ ਬੜਾ ਵੱਡਾ ਕੰਮ ਰਿਹਾ, ਨੋ ਡਾਊਟ, ਤੇ ਉਹ ਬਹੁਤ ਵਧੀਆ ਕੰਮ ਕਿਸੇ ਵੇਲੇ ਕਰਦੇ ਰਹੇ ਨੇ। ਜੀ ਬਿਲਕੁਲ। ਤੇ ਸੁਖਵੰਤ ਢੱਡਾ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਪ੍ਰੋਜੈਕਟ, ਉਹਨੂੰ ਕਰਨਾ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਸੀ ਉਦੋਂ। ਤੇ ਵੈਸੇ ਵੀ ਉਹ ਉਸ ਟਾਈਮ ਤੇ ਜ਼ਿਆਦਾ ਦੌਰ ਜਿਹੜਾ ਸੀਗਾ ਉਹ ਦੂਰਦਰਸ਼ਨ ਦਾ ਸੀਗਾ। ਤੇ ਦੂਰਦਰਸ਼ਨ ਤੋਂ ਸਟਾਰਟ ਕੀਤਾ ਉਹਨਾਂ ਨਾਲ ਮੈਂ। ਇੱਕ ਸੀਰੀਅਲ ਤੋਂ ਬਾਅਦ ਫਿਰ ਮੈਂ ਬਹੁਤ ਸਾਰੇ ਸੀਰੀਅਲ ਕੀਤੇ। ਫਿਰ ਪੰਜਾਬੀ ਸੀਰੀਅਲਸ ਦੇ ਵਿੱਚ ਇਹੀ ਜਿਹੜੇ ਲੜੀਵਾਰ ਸੀਰੀਅਲ, ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਡੇਲੀ ਸੋਪ ਕਹਿ ਦਿੰਦੇ ਹਾਂ, ਉਸ ਟਾਈਮ ਤੇ ਨਵਾਂ ਚੱਲਨ ਸੀਗਾ। ਇੱਕ ਮੈਂ ਤੁਹਾਡਾ ਦੇਖਿਆ ਸੀ ਜਦੋਂ ਸ਼ੁਰੂ ਦੇ ਵਿੱਚ ਹੀ ਕਰੌਲ ਬਾਗ ਇੱਕ। ਹਾਂ, ਉਹ ਜ਼ੀ ਦੇ ਲਈ ਸੀਗਾ। ਉਹ ਮੇਰਾ ਸਫ਼ਰ ਪੰਜਾਬੀ ਇੰਡਸਟਰੀ ਤੋਂ ਬਾਅਦ ਉਦੋਂ ਤੱਕ ਮੈਂ ਕੁਝ ਫਿਲਮਾਂ ਵੀ ਕਰ ਚੁੱਕੀ ਸੀ। MH1 ਤੇ ਮੈਂ ਗੁਰਪ੍ਰੀਤ ਘੁੱਗੀ ਜੀ ਦਾ ਉਹ ਜਿਹੜਾ ਦੋ ਸ਼ੋਅ ਰਹੇ ਸ਼ਾਇਦ, ਇੱਕ ਹੱਸਦੇ ਹਸਾਉਂਦੇ ਰਹੋ, ਉਹ ਬਾਅਦ ਵਿੱਚ ਰਿਹਾ। ਪਹਿਲਾਂ ਉਹਨਾਂ ਨਾਲ ਜਿਹੜਾ ਮੇਰਾ ਇੰਟਰੋਡਕਟਰੀ ਸ਼ੋਅ ਸੀਗਾ, ਜਦੋਂ MH1 ਹਲੇ ਸ਼ੁਰੂ ਹੀ ਹੋਇਆ ਸੀਗਾ, ਘੁੱਗੀ ਆਨਲਾਈਨ ਆਉਂਦਾ ਸੀ। ਜੀ। ਤੇ ਉਹ ਕਰਦੀ ਰਹੀ। ਉਸ ਤੋਂ ਬਾਅਦ ਘੁੱਗੀ ਆਨਲਾਈਨ ਤੋਂ ਬਾਅਦ ਮੈਨੂੰ ਹੱਸਦੇ ਹਸਾਉਂਦੇ ਰਹੋ, ਦਿਲ ਆਪਣਾ ਪੰਜਾਬੀ ਫਿਲਮ, ਤੇ ਉਹ ਸਾਈਮਲਟੇਨੀਅਸਲੀ ਚੱਲਦੀਆਂ ਰਹੀਆਂ ਚੀਜ਼ਾਂ। ਦਿਲ ਆਪਣਾ ਪੰਜਾਬੀ ਤੋਂ ਬਾਅਦ ਫਿਰ ਇੱਕ ਹੋਰ ਮੰਚ ਦੀ ਫਿਲਮ ਕੀਤੀ। ਇਹਦੇ 'ਚ ਮੈਂ ਗੌਰੀ ਜੀ ਇਹ ਜਾਣਨਾ ਚਾਹੁੰਦਾ ਵੀ ਜਿਹੜਾ ਫਿਰ ਤੁਸੀਂ ਰੋਹਤਕ ਛੱਡ ਕੇ, ਤੁਸੀਂ ਰੋਹਤਕ 'ਚ, ਮੈਨੂੰ ਪਤਾ ਹੈ ਕਿ ਤੁਸੀਂ ਰੋਹਤਕ 'ਚ ਆਪਣੇ ਤੌਰ ਦੇ ਉੱਤੇ ਵੀ ਆਪਣੇ ਪਰਿਵਾਰ ਦੇ ਵਿੱਚ ਕਹਿ ਲਓ ਵੀ ਆਰਥਿਕ ਤੌਰ ਤੇ ਹਿੱਸਾ ਪਾਉਣ ਵਾਸਤੇ ਤੁਸੀਂ ਬੁਟੀਕ ਵੀ ਚਲਾਈ, ਤੇ ਬੜੀ ਵਧੀਆ ਬੁਟੀਕ ਤੁਹਾਡੀ ਹੁੰਦੀ ਸੀ। ਉਹ ਸਾਰਾ ਕੁਝ ਛੱਡ ਕੇ ਤੁਸੀਂ ਬੰਬੇ ਸ਼ਿਫਟ ਹੋਏ, ਉਹ ਤਜਰਬਾ ਕਿੱਦਾਂ ਦਾ ਰਿਹਾ? ਮੈਂ ਜੀ ਬੁਟੀਕ ਹੀ ਨਹੀਂ ਚਲਾਈ, ਮੈਂ ਉਸ ਤੋਂ ਪਹਿਲਾਂ ਇੱਕ ਸਕੂਲ ਵੀ ਚਲਾਇਆ। ਉਹ ਅੱਛਾ। ਜੋ ਆਲਟਰਨੇਟ ਐਜੂਕੇਸ਼ਨ ਤੇ ਸੀਗਾ। ਅਸੀਂ 3 ਸਾਲ ਉਹਨੂੰ ਕੀਤਾ, ਪਰ ਉਹ ਇਕਨੋਮਿਕਲੀ ਵਾਇਬਲ ਨਹੀਂ ਹੋ ਪਾਇਆ, ਇਸ ਕਰਕੇ ਉਹ ਛੱਡ ਦਿੱਤਾ। ਫਿਰ ਮੈਂ ਬੁਟੀਕ ਚਲਾਇਆ। ਬੁਟੀਕ ਤਾਂ ਮੈਂ ਹੁਣ ਤੱਕ ਵੀ ਪਿਛਲੇ ਕੁਝ ਸਮੇਂ ਹੀ ਪਹਿਲਾਂ ਹੀ ਬੰਦ ਕੀਤਾ ਉਹਨੂੰ। ਬਹੁਤ ਟਾਈਮ ਤੱਕ ਕਰਦੀ ਰਹੀ। ਪਰ ਕਰੂਲ ਬਾਗ 12/24 ਕਰੂਲ ਬਾਗ ਜਿਹੜਾ ਜ਼ੀ ਤੇ ਸੀਰੀਅਲ ਆਂਦਾ ਸੀ, ਉਹਦਾ ਸਬਬ ਇਸ ਤਰ੍ਹਾਂ ਬਣਿਆ ਕਿ ਮੈਂ ਇੱਕ ਸ਼ੋ, ਪੰਜਾਬੀ ਸ਼ੋ ਹੀ ਕਰ ਰਹੀ ਸੀਗੀ, ਜਲੰਧਰ ਦੇ ਵਿੱਚ ਸ਼ੂਟ ਕਰ ਰਹੀ ਸੀਗੀ। ਤੇ ਉਹ ਉੱਥੇ ਮੈਨੂੰ ਕੋਈ ਸਾਡੇ ਪ੍ਰੋਡਕਸ਼ਨ ਦੇ ਵਿੱਚ ਸੀਗੇ ਕੋਈ, ਉਹਨਾਂ ਦੇ ਨਾਲ ਮੁਲਾਕਾਤ ਹੋਈ। ਉਹਨਾਂ ਨੇ ਮੈਨੂੰ ਕਿਹਾ ਕਿ ਇਸ ਨਾ ਚੰਡੀਗੜ੍ਹ ਦੇ ਵਿੱਚ ਨਾ ਕੁਝ ਲੋਕ ਆਏ ਹੋਏ ਆ ਦਿੱਲੀ ਤੋਂ ਆਡੀਸ਼ਨ ਕਰਨ। ਉਦੋਂ ਆਡੀਸ਼ਨਸ ਦਾ ਚਲਨ ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਕੋਈ ਇਸ ਤਰ੍ਹਾਂ ਪ੍ਰੋਪਰ ਪ੍ਰੋਫੈਸ਼ਨਲੀ ਆਡੀਸ਼ਨ ਦੇ ਉਹਦੇ ਤੋਂ ਨਹੀਂ ਸੀ ਗਈ। ਤੇ ਮੈਂ ਕਿਹਾ ਜੀ ਮੈਂ ਤਾਂ ਨਹੀਂ ਜਾਣਾ ਇੱਦਾਂ ਆਡੀਸ਼ਨ ਕਰਨ, ਕੋਈ ਜਾਣਦਾ ਨਹੀਂ, ਕੋਈ ਪਤਾ ਸੁਰ ਨਹੀਂ ਹੈਗਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਹੈ ਕਾਹਦੇ ਲਈ? ਕਹਿੰਦੇ ਹੈ ਤਾਂ ਕੋਈ ਨੈਸ਼ਨਲ ਟੀਵੀ, ਪਰ ਮੈਨੂੰ ਪਤਾ ਨਹੀਂ ਹੈ ਕਾਹਦੇ ਲਈ ਹੈ, ਪਰ ਬਿਗ ਪ੍ਰੋਜੈਕਟ। ਤਾਂ ਮੈਂ ਕਿਹਾ ਨਹੀਂ, ਮੈਂ ਨਹੀਂ ਜਾਣਾ। ਪਰ ਉਹਨਾਂ ਨੇ ਮੈਨੂੰ ਸਮਹਾਉ ਮਨਾ ਲਿਆ। ਤੇ ਮੈਂ ਜਦੋਂ ਉੱਥੇ ਆਡੀਸ਼ਨ ਦਿੱਤਾ, ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀ ਇਸ ਤਰ੍ਹਾਂ ਆਡੀਸ਼ਨ ਦੇਣਾ ਪ੍ਰੋਫੈਸ਼ਨਲ ਤੌਰ ਤੇ। ਤੇ ਉੱਥੇ ਉਹਨਾਂ ਨੇ ਉੱਥੇ ਸਿਲੈਕਸ਼ਨ ਹੋ ਗਈ ਮੇਰੀ। ਫਿਰ ਮੈਂ ਉਹ ਸਾਡਾ ਸੀਰੀਅਲ ਬਾਈ ਚਾਂਸ ਦਿੱਲੀ ਸ਼ੂਟ ਹੁੰਦਾ ਸੀਗਾ।
ਤੇ ਦਿੱਲੀ ਉਹ ਮੈਂ ਸ਼ੂਟ ਕੀਤਾ ਔਰ ਕਿਉਂਕਿ ਉਹ ਹੈ ਨੈਸ਼ਨਲ TVC Z ਦੇ ਲਈ ਸੀਗਾ ਤੇ ਉਹ ਤੁਹਾਡਾ ਪ੍ਰੋਫਾਈਲ ਸਮਹਾਉ ਕਿਤੇ ਨਾ ਕਿਤੇ ਪ੍ਰੋਡਕਸ਼ਨ ਹਾਊਸਸ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਂਦਾ ਹੈ। ਮੈਨੂੰ ਲੱਗਦਾ ਕਿ ਉਹ ਇੱਕ ਬੇਸ ਬਣਿਆ ਕਿਉਂਕਿ ਤੁਸੀਂ ਏਕਤਾ ਕਪੂਰ ਦਾ ਵੀ ਕੋਈ ਸੀਰੀਅਲ ਕੀਤਾ। ਉਹ ਮੈਂ ਬਾਅਦ ਚ ਅੱਗੇ ਜਾ ਕੇ ਕੀਤਾ ਜਦੋਂ ਮੈਂ ਬੰਬੇ ਰਹਿਣ ਲੱਗ ਗਈ ਜੀ। ਉਸ ਸੀਰੀਅਲ ਦੇ ਦੌਰਾਨ ਫਿਰ ਮੈਨੂੰ ਬੰਬੇ ਤੋਂ ਇੱਕ ਹੋਰ ਸੀਰੀਅਲ ਉਸ ਟਾਈਮ ਤੇ NDTV ਇਮੇਜਿਨ ਤੇ ਚੱਲਦਾ ਸੀ ਪ੍ਰੀਤੋ ਜੀ, ਉਹਦੇ ਤੋਂ ਇੱਕ ਉਹਨਾਂ ਨੂੰ ਉਸੇ ਤਰ੍ਹਾਂ ਦਾ ਜੋ ਕੈਰੈਕਟਰ ਮੈਂ ਉਹਦੇ ਚ ਕਰ ਰਹੀ ਸੀ ਉਹਦੇ ਨਾਲ ਦਾ ਇੱਕ ਸਿਮਿਲਰ ਕੈਰੈਕਟਰ ਚਾਹੀਦਾ ਸੀ। ਉਹਨਾਂ ਨੇ ਕਿਤੋਂ ਲੱਭਿਆ ਔਰ ਉਹਨਾਂ ਨੇ ਮੈਨੂੰ ਆਫਰ ਕੀਤਾ। ਫਿਰ ਮੈਂ ਬੰਬੇ ਦੇ ਵਿੱਚ ਉਸ ਸੀਰੀਅਲ ਨੂੰ ਕੀਤਾ, ਉਹਦੇ ਸਾਈਮਲਟੇਨੀਅਸਲੀ ਇੱਕ ਹੋਰ ਸੀਰੀਅਲ ਕੀਤਾ। ਫਿਰ ਇਸ ਤਰ੍ਹਾਂ ਇੱਕ ਸਿਲਸਿਲਾਵਾਰ ਚੀਜ਼ਾਂ ਚੱਲਦੀਆਂ ਰਹੀਆਂ। ਮੈਂ ਕਾਫੀ ਸਾਰੇ ਡੇਲੀ ਸੋਪ ਕੀਤੇ, ਸਭ ਲਈ, Z ਲਈ, ਸਟਾਰ ਪਲੱਸ ਲਈ। ਨਹੀਂ ਮੈਂ ਸਮਝਦਾ ਇਹ ਕਾਫੀ ਗੱਲਾਂ ਹੱਲੇ ਆਪਣੀਆਂ ਕਰਨ ਵਾਲੀਆਂ ਤੇ ਅਸੀਂ ਦੂਜੇ ਹਿੱਸੇ 'ਚ ਬਾਕੀ ਗੱਲਾਂ ਕਰਦੇ ਹਾਂ ਤੇ ਕਿਉਂਕਿ ਥੋੜੀ ਦਿੱਕਤ ਹੁੰਦੀ ਟੈਕਨੀਕਲੀ, ਕਈ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ। ਸੋ ਕਿਉਂਕਿ ਮੈਂ ਇਹ ਸਮਝਦਾ ਕਿ ਜਿਹੜਾ ਬੰਬੇ ਦੇ ਵਿੱਚ ਤੁਹਾਡਾ ਸਫ਼ਰ ਹੈ, ਖਾਸ ਤੌਰ ਤੇ ਇੱਕ ਔਰਤ ਦਾ ਇੱਦਾਂ ਦੇ ਵੱਡੇ ਕਹਿ ਲਓ ਵੀ ਏਰੀਏ 'ਚ ਜਾ ਕੇ ਇਕੱਲਿਆਂ ਤੌਰ ਤੇ ਸਰਵਾਈਵ ਕਰਨਾ, ਕਿੱਦਾਂ ਦੇ ਸੰਕਟ ਹੈ, ਉਹ ਸਾਰਾ ਕੁਝ ਆਪਾਂ ਇੱਥੇ ਆਪਣੀ ਮੁਲਾਕਾਤ ਦੇ ਦੂਜੇ ਹਿੱਸੇ 'ਚ ਗੱਲ ਕਰਦੇ ਹਾਂ। TV@Asia ਲਈ ਮੈਂ ਸੁਸ਼ੀਲ ਦੋਸਾਂਝ ਚੰਡੀਗੜ੍ਹ ਸਟੂਡੀਓ ਤੋਂ। ਪ੍ਰੋਗਰਾਮ ਹੈ ਸਾਡਾ ਘਰ ਆਏ ਮਹਿਮਾਨ। ਘਰ ਆਏ ਮਹਿਮਾਨ ਦੇ ਪਹਿਲੇ ਸਿਲਸਿਲੇ ਦੇ ਵਿੱਚ ਅਸੀਂ ਪਹਿਲੇ ਹਿੱਸੇ 'ਚ ਗੱਲ ਕੀਤੀ ਗੁਰਵਿੰਦਰ ਗੌਰੀ ਹੋਰਾਂ ਨਾਲ ਤੇ ਦੂਜਾ ਹਿੱਸਾ ਸਾਡਾ ਇਸ ਗੱਲਬਾਤ ਦਾ ਹੁਣ ਸ਼ੁਰੂ ਹੋ ਰਿਹਾ। ਗੁਰਵਿੰਦਰ ਗੌਰੀ ਪੰਜਾਬੀ ਫਿਲਮ ਤੇ ਨਾਲ ਦੀ ਨਾਲ ਹਿੰਦੀ ਸੀਰੀਅਲਸ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਉਗੜਵਾਨਾ ਆ। ਬੜਾ ਲੰਮਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਤੇ ਅਸੀਂ ਜਿੱਥੇ ਗੱਲ ਛੱਡੀ ਸੀ ਉੱਥੋਂ ਗੱਲ ਸ਼ੁਰੂ ਕਰਨੀ ਹੈ। ਗੁਰਵਿੰਦਰ ਗੌਰੀ ਜੀ, ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਸ਼ੁਕਰੀਆ। ਗੌਰੀ ਜੀ, ਜਿਵੇਂ ਤੁਸੀਂ ਸਪੈਸ਼ਲੀ ਜਦੋਂ ਤੁਸੀਂ ਫਿਲਮਾਂ ਦੇ ਨਾਲ ਨਾਲ ਜਦੋਂ ਸੀਰੀਅਲ ਸ਼ੁਰੂ ਕੀਤੇ, ਕਰੌਲ ਬਾਗ ਦਾ ਆਪਾਂ ਜ਼ਿਕਰ ਕੀਤਾ ਤੇ ਫਿਰ ਤੁਸੀਂ ਜਦੋਂ ਬੰਬੇ ਸ਼ਿਫਟ ਹੋਏ, ਉਹ ਜਿਹੜਾ ਸਮਾਂ ਰਿਹਾ, ਤੁਸੀਂ 8-10 ਸਾਲ ਮੇਰੇ ਖਿਆਲ ਬੰਬੇ ਕੱਟੇ ਆ। ਉਹ 8-10 ਸਾਲ ਦਾ ਸਮਾਂ ਜਦੋਂ ਤੁਸੀਂ ਆਪਣਾ ਪਰਿਵਾਰ ਪਿੱਛੇ ਛੱਡਿਆ, ਘਰ 'ਚ ਬੱਚਾ ਆ, ਤੁਹਾਡਾ ਪੂਰੇ ਦਾ ਪੂਰਾ ਇੱਕ ਪਰਿਵਾਰ ਹੈ, ਤੁਸੀਂ ਆਪਣੀ ਪੂਰੇ ਦਾ ਪੂਰਾ ਇੱਕ ਬਿਜ਼ਨਸ ਛੱਡ ਕੇ ਉੱਥੇ ਗਏ ਜੀ ਤੇ ਇੱਕ ਉਮੀਦ ਵਿੱਚ ਗਏ, ਤੇ ਕਿਸ ਤਰ੍ਹਾਂ ਦੇ ਉਹ ਦਿਨ ਸੀਗੇ ਤੇ ਕਿਵੇਂ ਤੁਸੀਂ ਸਰਵਾਈਵ ਉੱਥੇ ਕੀਤਾ? ਬਿਜ਼ਨਸ ਮੇਰਾ ਉਸ ਟਾਈਮ ਤੇ ਬਹੁਤ ਪੀਕ ਤੇ ਸੀਗਾ ਜੀ। ਮਤਲਬ ਇਹ ਨਹੀਂ ਸੀ ਕਿ ਕੋਈ ਛੋਟਾ ਮੋਟਾ ਬਿਜ਼ਨਸ ਸੀਗਾ, ਬਹੁਤ ਅੱਛੇ ਲੈਵਲ ਤੇ ਮੈਂ ਇੱਕ ਡਿਜ਼ਾਈਨਰ ਸਟੂਡੀਓ ਚਲਾ ਰਹੀ ਸੀਗੀ ਜਿਹਦਾ ਇੱਕ ਨਾਮ ਸੀਗਾ, ਹੁਣ ਤੱਕ ਵੀ ਹੈ ਲੇਕਿਨ ਖੂਬਸੂਰਤ ਕਲੈਕਸ਼ਨ। ਖੂਬਸੂਰਤ ਕਲੈਕਸ਼ਨ ਤੇ ਉਹ ਬਹੁਤ ਅੱਛੇ ਲੈਵਲ ਤੇ ਚੱਲ ਰਿਹਾ ਸੀਗਾ। ਮੇਰੇ ਹਸਬੈਂਡ ਦਾ ਨਾਲ ਬਿਜ਼ਨਸ ਸੀਗਾ ਹੀ, ਉਹਨਾਂ ਦਾ ਵੀ ਗਾਰਮੈਂਟਸ ਦਾ, ਤਾਂ ਉਹਦੇ ਨਾਲ ਇੱਕ ਕੰਬੀਨੇਸ਼ਨ ਦੇ ਨਾਲ ਉਹ ਚੀਜ਼ਾਂ ਚੱਲ ਰਹੀਆਂ ਸੀਗੀਆਂ। ਤਾਂ ਜਦੋਂ ਮੈਨੂੰ ਬੰਬੇ ਤੋਂ ਆਫਰ ਆਈ ਤਾਂ ਇੱਕ ਕਨਫਿਊਜ਼ਨ ਤਾਂ ਸੀਗੀ ਕਿ ਬੱਚਾ ਵੀ ਉਸ ਟਾਈਮ ਤੇ ਕੋਈ ਬਹੁਤਾ ਵੱਡਾ ਨਹੀਂ ਸੀਗਾ, ਛੋਟਾ ਸੀਗਾ। ਤੇ ਇਹ ਮੈਂ ਆਫ ਕੋਰਸ ਕਹੂੰਗੀ ਕਿ ਫੈਮਿਲੀ ਦੀ ਸਪੋਰਟ ਹੁੰਦੀ ਹੈ ਤਾਂ ਹੀ ਤੁਸੀਂ ਜਾ ਪਾਉਂਦੇ ਹੋ। ਮੇਰਾ ਬੱਚਾ, ਮੇਰਾ ਹਸਬੈਂਡ, ਮੈਂ ਤਾਂ ਇਹ ਕਹੂੰਗੀ ਕਿ ਪੂਰੀ ਇਨ-ਲॉज ਫੈਮਿਲੀ 'ਚ ਮੇਰੇ ਕਦੀ ਫਾਦਰ ਇਨ-ਲॉ, ਮਦਰ ਇਨ-ਲॉ ਨੇ ਵੀ ਇਸ ਗੱਲ ਤੇ ਕਦੀ ਕੋਈ ਆਬਜੈਕਸ਼ਨ ਨਹੀਂ ਚੱਕੀ। ਤਾਂ ਹਾਲਾਂਕਿ ਡਿਸੀਜਨ ਸਾਡਾ ਸੀਗਾ ਪਰ ਉਹਨਾਂ ਨੇ ਸਾਡੇ ਡਿਸੀਜਨ ਦਾ ਸਤਿਕਾਰ ਕੀਤਾ ਹਮੇਸ਼ਾ, ਕਦੀ ਉਹਨਾਂ ਨੇ ਆਬਜੈਕਸ਼ਨ ਇਹ ਤੋਂ ਬਿਨਾਂ ਚੱਲਦਾ ਨਹੀਂ ਜੀ ਕੰਮ, ਨਹੀਂ ਤਾਂ ਤੁਸੀਂ ਤੁਰ ਨਹੀਂ ਸਕਦੇ। ਬਿਲਕੁਲ। ਤੇ ਉਹ ਇੱਕ ਡਾਇਲੋਗ ਹੈਗਾ ਨਾ, ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ। ਤੇ ਉਸ ਤਰ੍ਹਾਂ ਦੀ ਇੱਕ ਸੋਚ ਨੇ ਮੈਨੂੰ ਬੰਬੇ ਜਾਣ ਲਈ ਪ੍ਰੇਰਿਤ ਕਰ ਦਿੱਤਾ ਤੇ ਮੈਂ ਆਫਰ ਜਿਹੜੀ ਸੀਗੀ ਉਹਨੂੰ ਐਕਸੈਪਟ ਕਰਕੇ ਉੱਥੇ ਚਲੀ ਗਈ। ਜਿਹੜਾ ਮੇਰਾ ਸਵਾਲ ਅਸਲ 'ਚ ਇਹ ਹੈ ਕਿ ਜਦੋਂ ਤੁਸੀਂ ਬੰਬੇ ਜਾਂਦੇ ਹੋ, ਜਿਹੜੇ ਈਵਨ ਜਿਹੜੇ ਮਰਦ ਕਲਾਕਾਰ ਵੀ ਹੈਗੇ ਆ ਜੀ, ਉਹਨਾਂ ਨੂੰ ਵੀ ਬੜੀਆਂ ਦਿੱਕਤਾਂ ਦਾ ਉੱਥੇ ਸਾਹਮਣਾ ਕਰਨਾ ਪੈਂਦਾ। ਬਿਲਕੁਲ। ਇੱਕ ਔਰਤ ਕਲਾਕਾਰ ਆ, ਇਕੱਲੀਕਾਰੀ ਆ, ਉੱਥੇ ਉਹ ਬੰਬੇ ਪਹੁੰਚ ਕੇ ਉੱਥੇ ਜਾ ਕੇ ਕਿਵੇਂ ਆਪਣੇ ਆਪ ਨੂੰ ਉੱਥੇ ਤੁਸੀਂ ਸਰਵਾਈਵ ਕਰ ਪਾਏ, ਜਾਂ ਕਿਵੇਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਇੱਦਾਂ ਦੀਆਂ ਆਉਂਦੀਆਂ, ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੋ ਜਾਂਦੀਆਂ ਜਿਹ 'ਚ ਲੱਗਦਾ ਵੀ ਇੱਕ ਔਰਤ ਦਾ ਜਾਣਾ ਬਾਲੀਵੁੱਡ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ TV ਸੀਰੀਅਲ ਦੀ ਦੁਨੀਆ ਵੀ ਉਹਦੇ ਨਾਲ ਹੀ ਜੁੜੀ ਹੋਈ ਹੈ ਵੀ ਬਹੁਤ ਮੁਸ਼ਕਲ ਹੈ। ਤੇ ਉਹ ਉੱਦਾਂ ਦਾ ਕੋਈ ਤਜਰਬਾ ਵੀ ਹੋਵੇ, ਜੇ ਤੁਹਾਡਾ ਕੋਈ ਐਕਸਪੀਰੀਅੰਸ ਵੀ ਹੋਵੇ ਤਾਂ ਸਾਡੇ ਨਾਲ ਸਾਂਝਾ ਕਰੋ। ਇਹ ਗੱਲ ਬਿਲਕੁਲ ਠੀਕ ਹੈਗੀ ਹੈ ਸੁਸ਼ੀਲ ਜੀ ਕਿ ਇੱਕ ਬੰਬੇ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਨਾ ਦਿੱਕਤਾਂ ਤਾਂ ਆਉਂਦੀਆਂ। ਮੇਰੇ ਲਈ ਥੋੜੀ ਜੀ ਇੱਕ ਬੂਸਟਰ ਸੀਗੀ ਕਿ ਮੈਂ ਥੋੜਾ ਜਿਹਾ ਕੰਮ ਜਾਂਦਿਆਂ ਹੀ ਹੱਥ 'ਚ ਲੈ ਕੇ ਗਈ ਸੀਗੀ ਜੀ, ਠੀਕ ਹੈ। ਪਰ ਬੰਬੇ ਦੇ ਵਿੱਚ ਕੀ ਹੈ ਕਿ ਜਦੋਂ ਤੁਹਾਡਾ ਇੱਕ ਕੰਮ ਖਤਮ ਹੁੰਦਾ ਜੀ, ਉਹ ਕੰਮ ਖਤਮ ਹੋਣ ਤੋਂ ਬਾਅਦ ਜਦੋਂ ਦੂਸਰਾ ਸਟਾਰਟ ਹੁੰਦਾ, ਉਹਦੇ ਵਿਚਲਾ ਜਿਹੜਾ ਗੈਪ ਹੈ ਨਾ ਉਹ ਬਹੁਤ ਮਾਰੂ ਹੈ। ਉਹ ਅੱਛਾ।
ਮਤਲਬ ਉੱਥੇ ਤੁਹਾਨੂੰ ਐ ਲੱਗਦਾ ਕਿ ਲਾਈਫ ਫਿਰ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੈ। ਜੀ ਜੀ। ਉਹ ਫਿਰ ਨਵੇਂ ਸਿਰੇ ਤੋਂ ਤੁਸੀਂ ਆਡੀਸ਼ਨ ਕਰ ਰਹੇ ਹੋ, ਲੁੱਕ ਟੈਸਟ ਕਰ ਰਹੇ ਹੋ, ਫਿਰ ਤੁਹਾਨੂੰ ਇੱਕ ਤੁਕੀ ਇੱਕ ਲੱਗੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਐਡੀਸ਼ਨ ਦੀ ਗੱਲ ਕਰਦੇ ਹੋ, ਜਿਹੜਾ ਬੰਦਾ ਪਹਿਲਾਂ ਹੀ ਪਰਖਿਆ ਗਿਆ, ਮਤਲਬ ਤੁਸੀਂ 1-2 ਫਿਲਮਾਂ 4 ਫਿਲਮਾਂ ਚ ਆ ਗਏ, ਬਹੁਤ ਸਾਰੇ ਸੀਰੀਅਲ ਚ ਆ ਗਏ, ਹਰ ਵਾਰੀ ਐਡੀਸ਼ਨ ਦੀ ਇਹ ਜਿਹੜੀ ਨਵੀਂ ਕਿਸਮ ਦੀ ਰਵਾਇਤ ਜੀ, ਇਹਦਾ ਕੀ ਮਤਲਬ ਹੈ? ਇਹ ਵੈਸੇ ਮੈਂ ਅਗਰ ਪਰਸਨਲੀ ਮੇਰੇ ਤੋਂ ਤੁਸੀਂ ਇਹ ਸਵਾਲ ਪੁੱਛੋ ਨਾ, ਤਾਂ ਮੈਂ ਵੀ ਇਸ ਗੱਲ ਨੂੰ ਹਾਲੇ ਤੱਕ ਨਹੀਂ ਸਮਝ ਪਾਈ, ਨਾ ਹੀ ਮੈਂ ਕਲੀਅਰ ਹੋਈ ਹਾਂ ਕਿ ਇਹ ਕੀ ਸਿਲਸਿਲਾ ਹੈਗਾ। ਪਰ ਮੈਂ ਤੁਹਾਨੂੰ ਟੈਕਨੀਕਲੀ ਦੱਸ ਦਿੰਦੀ ਕਿ ਉਹਨਾਂ ਦਾ ਕੀ ਕਹਿਣਾ ਆ। ਹਾਲਾਂਕਿ ਮੈਂ ਕਨਵਿੰਸ ਨਹੀਂ ਆ ਉਸ ਗੱਲ ਤੋਂ ਪਰਸਨਲੀ, ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜੀ ਅਸੀਂ ਇੱਕ ਲੁੱਕ ਜਿਹੜੀ ਆ ਉਹ ਆਪਣੇ ਦਿਮਾਗ ਦੇ ਵਿੱਚ ਬਿਠਾ ਲਈਦੀ ਹੈ ਇੱਕ ਕੈਰੈਕਟਰ ਨੂੰ ਲੈ ਕੇ ਕਿ ਇਹ ਕੈਰੈਕਟਰ ਹੈਗਾ, ਇਹਦੀ ਇਹ ਲੁੱਕ ਹੈ, ਤੇ ਉਹ ਤੁਸੀਂ ਉਹਦੇ ਵਿੱਚ ਫਿੱਟ ਬੈਠਣਾ ਹੁੰਦਾ ਜੀ। ਠੀਕ ਹੈ, ਤਾਂ ਉਹ ਉਹਦੇ ਕਰਕੇ ਉਹ ਤੁਹਾਨੂੰ ਜਦੋਂ ਉਹ ਕੀ ਕਰਦੇ ਆ ਕਿ ਜਦੋਂ ਕੋਈ ਨਵਾਂ ਬੰਦਾ ਕਰਦਾ ਆ ਤਾਂ ਉਹਨੂੰ ਉਹ ਆਡੀਸ਼ਨ ਦਾ ਨਾਮ ਦੇ ਦਿੰਦੇ ਆ। ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਬੰਦੇ ਨੇ 4 ਜਗ੍ਹਾ ਕੰਮ ਕੀਤਾ ਹੋਇਆ ਹੈ, ਰਿਨਾਊਂਡ ਫੇਸ ਹੈ, ਫਿਰ ਉਹ ਉਹਨੂੰ ਲੁੱਕ ਟੈਸਟ ਦਾ ਨਾਮ ਦੇ ਦਿੰਦੇ ਆ। ਗੱਲ ਇੱਕੋ ਹੀ ਹੈ, ਗੱਲ ਇੱਕੋ ਹੀ ਹੈ, ਪਰ ਉਹ ਲੁੱਕ ਟੈਸਟ ਦੇ ਨਾਮ ਤੇ ਹੋ ਜਾਂਦਾ ਹੈ ਕਿ ਵੀ ਇਹ ਤੁਹਾਡੀ ਲੁੱਕ। ਔਰ ਹਾਂ, ਹਾਲਾਂਕਿ ਮੈਨੂੰ ਵੀ ਬਹੁਤ ਅਜੀਬ ਲੱਗਦਾ ਕਿ ਤੁਸੀਂ ਮੁੜ ਤੋਂ ਫਿਰ ਤੋਂ ਨਵੇਂ ਸਿਰੇ ਤੋਂ ਉਹਦੀ ਕਲਾ ਨੂੰ ਪਰਖ ਰਹੇ ਹੋ, ਹੈ ਨਾ। ਫਿਰ ਆਡੀਸ਼ਨ, ਫਿਰ ਤੁਹਾਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਕਿ ਜਿਹੜੇ ਤੁਹਾਡੇ ਆਡੀਸ਼ਨ ਕਰ ਰਹੇ ਹੋ ਬੜੇ ਯੰਗ ਬੱਚੇ ਹੁੰਦੇ ਆ, ਉਹ ਤੁਹਾਨੂੰ ਦੱਸ ਰਹੇ ਹੁੰਦੇ ਕਿ ਐਕਟਿੰਗ ਕਿਵੇਂ ਕਰਨੀ ਹੈ। ਮੈਨੂੰ ਲੱਗਦਾ ਬਹੁਤ ਮੈਨੇਜਰਿੰਗ ਹੋ ਗਿਆ ਬਹੁਤਾ ਕੁਝ, ਇਹ ਬਹੁਤ ਜ਼ਿਆਦਾ ਨਾ ਇੱਕ ਅਜੀਬ ਜਿਹੀਆਂ ਚੀਜ਼ਾਂ ਹੋ ਗਈਆਂ। ਪਰ ਪ੍ਰੋਫੈਸ਼ਨਲ ਦੇ ਨਾਂ ਦੇ ਉੱਤੇ, ਮਤਲਬ ਪ੍ਰੋਫੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਬਹੁਤ ਕੁਝ ਇਦਾਂ ਦਾ ਜਿਹੜਾ ਜਿਹ ਚ ਆਰਟ ਕਿਤੇ ਨਹੀਂ ਹੈਗਾ। ਬਿਲਕੁਲ ਸਹੀ ਕਹਿ ਰਹੇ ਹੋ। ਸਿਰਫ ਉਹ ਬਿਜ਼ਨਸ ਦਾ ਇੱਕ ਪਾਰਟ ਜਿਹਾ ਬਣ ਗਿਆ ਵੀ ਉਹਦੇ ਚ ਫਿਰ ਇਦਾਂ ਦੇ ਜਿਹੜੇ ਲੋਕ ਆਉਂਦੇ ਆ ਉਹ ਤੁਹਾਨੂੰ ਡਿਕਟੇਟ ਕਰਦੇ ਆ ਕਿਸੇ ਨੂੰ, ਤੇ ਜਿਹੜਾ ਸੱਚਾ ਕਲਾਕਾਰ ਹੈ ਜੀ ਉਹਨੂੰ ਅੰਦਰੋਂ ਤਕਲੀਫ ਤਾਂ ਹੁੰਦੀ ਹੈ ਨਾ। ਬਿਲਕੁਲ ਹੁੰਦੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਦੀ ਹਾਂ ਇਹਦੇ ਨਾਲ ਜੁੜਿਆ ਹੋਇਆ। ਮੇਰਾ ਇੱਕ ਸੀਰੀਅਲ ਦੇ ਲਈ ਲੁੱਕ ਟੈਸਟ ਸੀਗਾ, ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹਨਾਂ ਦੀ ਇੱਕ ਜਿਹੜੀ ਕ੍ਰੀਏਟਿਵ ਸੀਗੀ ਉਹ ਮੈਨੂੰ ਨਾ ਬਰੀਫ ਕਰ ਰਹੀ ਹੈ ਮੇਰਾ ਕੈਰੈਕਟਰ। ਕਰਦੇ ਕਰਦੇ ਉਹਨੇ ਵਿੱਚ ਇੱਕ ਗੱਲ ਕਹੀ, ਕਹਿੰਦੀ ਆਪ ਨਾ ਇੱਕ, ਉਹਨਾਂ ਦਾ ਐਟੀਟਿਊਡ ਥੋੜਾ ਜਿਹਾ ਬੱਚਿਆਂ ਦਾ ਇਸ ਤਰ੍ਹਾਂ ਦਾ ਬਣ ਜਾਂਦਾ ਆ, आप ना पंजाब के एक गांव पानीपत की रहने वाली हैं। अच्छा। ਤੇ ਮੈਂ ਨਾ ਉਹਦੇ ਵੱਲ ਦੇਖਿਆ, ਮੈਂ ਕਿਹਾ 1966 ਤੋਂ ਪਹਿਲਾਂ ਪੰਜਾਬ 'ਚ ਹੁੰਦਾ ਸੀ ਪਾਣੀਪਤ, ਤੇ ਪਰ ਉਹ 1966 ਤੋਂ ਬਾਅਦ ਦੀ ਬਰਥ ਸੀਗਾ ਉਹਦਾ, ਕੁੜੀ ਦਾ। ਤੇ ਉਹਨੇ ਮੈਨੂੰ ਜਦੋਂ ਇਹ ਗੱਲ ਕਹੀ ਤੇ ਮੈਂ ਉਹਦੇ ਵੱਲ ਦੇਖਿਆ, ਮੈਂ ਕਿਹਾ ਮੈਂ ਤੋਂ ਰਿਹਾ ਨਹੀਂ ਗਿਆ। ਹੁਣ ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਪਹਿਲੀ ਗੱਲ ਤਾਂ ਇਹ ਕਿ ਪਾਣੀਪਤ ਗਾਉਂ ਨਹੀਂ ਹੈ, ਦੂਸਰੀ ਗੱਲ ਇਹ ਹੈ ਪੰਜਾਬ 'ਚ ਨਹੀਂ ਹੈ, ਹਰਿਆਣਾ 'ਚ। ਤਾਂ ਉਹਦਾ ਐਟੀट्यूड ऐसे व्हाट्सओएवर। हाँ बिल्कुल, व्हाट्सओएवर मतलब आपको अपने कैरेक्टर से मतलब होना चाहिए, मतलब जो है सो है। ਇਦਾਂ ਦਾ ਉਹਨਾਂ ਨੇ ਕੁਝ ਕਿਹਾ ਤਾਂ ਉਹ ਤੋਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਕਿੱਦਾਂ ਦੀ ਮਾਨਸਿਕਤਾ। ਅੱਛਾ, ਮੇਰਾ ਫਿਰ ਉਹ ਸਵਾਲ ਹੈ ਵੀ ਤੁਸੀਂ ਜਦੋਂ ਬੰਬੇ ਗਏ ਤੇ ਉੱਥੇ ਜਦੋਂ ਤੁਸੀਂ ਬਹੁਤ ਸਾਰਾ ਕੁਝ ਦੇਖਿਆ, ਉਹਦੇ 'ਚ ਠੀਕ ਹੈ ਤੁਹਾਡੀ ਕੁਝ ਚੰਗੀਆਂ ਗੱਲਾਂ ਸੀਗੀਆਂ, ਤੁਸੀਂ ਪਹਿਲਾਂ ਇੱਕ ਪ੍ਰੋਜੈਕਟ ਜਿਹੜੇ 1-2 ਸੀਗੇ ਉਹਨਾਂ 'ਚ ਸੀਗੇ, ਪਰ ਇੱਕ ਔਰਤ ਨੂੰ ਇਕੱਲਿਆਂ ਜਦੋਂ ਉੱਥੇ ਕੰਮ ਕਰਨਾ ਪੈਂਦਾ ਤੇ ਉਹ ਕਿੱਦਾਂ ਦੀਆਂ ਸਥਿਤੀਆਂ, ਸਿਚੁਏਸ਼ਨਸ ਕੀ ਨੇ, ਉਹਦੇ 'ਚ ਤੁਹਾਡਾ ਕੋਈ ਜਾਤੀ ਤਜਰਬਾ ਹੋਵੇ? ਸਿਚੁਏਸ਼ਨਸ ਹੀ ਹੁੰਦੀਆਂ ਆ ਕਿ ਬੰਬੇ ਦੇ ਵਿੱਚ ਇਕੱਲਾਪਣ ਬਹੁਤ ਭਾਰੂ ਹੋ ਜਾਂਦਾ ਤੁਹਾਡੇ ਤੇ, ਕਿਉਂਕਿ ਜਦੋਂ ਤਾਂ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਸਾਰਿਆਂ ਨਾਲ ਮਿਲ ਰਹੇ ਹੋ, ਬਿਜ਼ੀ ਹੋ, ਫਿਰ ਉੱਥੇ ਦੀ ਲਾਈਫ ਇੰਨੀ ਕੁ ਹੈ ਨਾ ਕਿ ਤੁਸੀਂ ਇੰਨੇ ਕੁ ਜ਼ਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਹੋ ਕਿ ਤੁਹਾਡੇ ਕੋਲ ਆਪਣੇ ਲਈ ਵੀ ਫੁਰਸਤ ਨਹੀਂ ਹੁੰਦੀ। ਜੀ। ਪਰ ਜਦੋਂ ਤੁਸੀਂ ਵਿਹਲੇ ਹੋ ਨਾ, ਫਿਰ ਤੁਸੀਂ ਬਿਲਕੁਲ ਵਿਹਲੇ ਹੋ। ਹੁਣ ਜਿੱਦਾਂ ਆਪਾਂ ਇੱਥੇ ਦਾ ਮਾਹੌਲ ਹੈ, ਪੰਜਾਬੀ ਕਲਚਰ ਹੈ ਆਪਣਾ, ਹੈ ਨਾ, ਇੱਧਰ ਦੇ ਨਾਰਥ ਦੇ ਜਿਹੜੇ ਲੋਕ ਹੈ, ਆਪਾਂ ਕਿਸੇ ਨੂੰ ਮਿਲਣਾ ਆਪਾਂ ਫੋਨ ਕਰਕੇ ਕਹਿ ਦਿੰਦੇ ਆ ਭਾਈ ਤੈਨੂੰ ਮਿਲਣਾ। ਉੱਥੇ ਤੁਸੀਂ ਕਿਸੇ ਨੂੰ ਨਹੀਂ ਮਿਲ ਸਕਦੇ। ਔਰ ਦੂਸਰੀ ਗੱਲ ਇਹ ਹੈ ਕਿ ਸਾਹਮਣੇ ਵਾਲਾ ਬੰਦਾ ਕਈ ਵਾਰੀ ਵਿਹਲਾ ਹੁੰਦਿਆਂ ਹੋਇਆ ਵੀ ਇਹ ਸ਼ੋਅ ਕਰਨ ਲਈ ਕਿ ਉਹ ਬਹੁਤ ਬਿਜ਼ੀ ਹੋ, ਤੁਹਾਨੂੰ ਕਹਿ ਦਿੰਦਾ ਮੀਟਿੰਗ 'ਚ ਆ ਜੀ। ਮਤਲਬ ਤੁਸੀਂ ਐ ਨਹੀਂ ਹੈ ਕਿ ਤੁਹਾਡਾ ਇਕੱਲਾਪਨ ਦੂਰ ਕਰਨ ਦੇ ਲਈ ਤੁਹਾਨੂੰ ਕੋਈ, ਜਾਂ ਫਿਰ ਉੱਥੇ ਇੱਕ ਚੀਜ਼ ਹੋਰ ਵੀ ਮੈਂ ਦੇਖੀ ਹੈ ਕਿ ਪ੍ਰੋਫੈਸ਼ਨਲੀ ਵੀ ਕੋਈ ਬਹੁਤੀ ਮਦਦ ਨਹੀਂ ਕਰਦਾ ਤੁਹਾਡੀ। ਮਤਲਬ ਉਹਨਾਂ ਨੂੰ ਐ ਲੱਗਦਾ ਕਿ ਉਹਨਾਂ ਨੂੰ ਹਰ ਦੂਸਰਾ ਬੰਦਾ ਆਪਣਾ ਕੰਪੀਟੀਟਰ ਲੱਗ ਰਿਹਾ ਹੁੰਦਾ। ਈਵਨ ਫਰੈਂਡਸ ਵੀ ਜੇ ਇਕੱਠੀਆਂ ਰਹਿੰਦੀਆਂ ਨਾ ਤਾਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਕੰਪੀਟੀਸ਼ਨ ਨਜ਼ਰ ਆਉਂਦਾ ਹੈ, ਜੇ ਉਹ ਇੱਕੋ ਏਜ ਦੀਆਂ ਆ। ਉਹਨਾਂ ਨੂੰ ਲੱਗਦਾ ਕਿ ਜੇ ਇਹ ਆਡੀਸ਼ਨ ਮੈਨੂੰ ਆਇਆ ਤੇ ਇਹ ਨਾਲ ਦੀ ਨੂੰ ਪਤਾ ਲੱਗੇ, ਕਿਉਂਕਿ ਫਿਰ ਕੰਪੀਟੀਸ਼ਨ ਹੋ ਜਾਏਗਾ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਨਾ, ਇਹ ਤੁਹਾਨੂੰ ਕਈ ਵਾਰੀ ਮੈਂਟਲੀ ਬਹੁਤ ਡਿਸਟਰਬ ਕਰ ਦਿੰਦੀਆਂ। ਇੱਕ ਮੈਨੂੰ ਇਹ ਦੱਸੋ ਵੀ ਜਿਹੜਾ ਹੁਣ ਨਵਾਂ ਸਾਰਾ ਕੁਝ ਆ ਰਿਹਾ, ਮਤਲਬ ਬੜੇ ਨਵੇਂ ਕਹਿ ਲਓ ਵੀ OTP ਆ ਗਿਆ, ਸਾਰਾ ਕੁਝ ਹੈਗਾ, ਨੈਟਫਲਿਕਸ ਹੈ, ਬੜਾ ਕੁਝ ਹੈਗਾ ਬਈ ਜਿਹੜਾ ਸਾਡਾ ਜਿਹੜਾ ਇਹ ਏਰੀਆ ਹੈਗਾ, ਚਾਹੇ ਉਹ ਫਿਲਮ ਹੈ, ਚਾਹੇ ਉਹ TV ਦੀ ਦੁਨੀਆ, ਇਹ 'ਚ ਪਬਲਿਕ ਕੰਸਰਨ ਕਿੰਨਾ ਕੁ ਬਚਿਆ? ਲੋਕ ਸਰੋਕਾਰ ਜਿਹਨੂੰ ਮੈਂ ਪੰਜਾਬੀ 'ਚ ਕਹਿੰਦਾ, ਪਬਲਿਕ ਕੰਸਰਨ ਕਿੰਨਾ ਕੁ ਹੈ, ਜਾਂ ਸਿਰਫ ਤੇ ਸਿਰਫ ਮਾਰਕੀਟ ਨੂੰ ਧਿਆਨ 'ਚ ਰੱਖਿਆ ਜਾ ਰਿਹਾ? ਇਹਨੂੰ ਮੈਂ ਕਹੂੰਗੀ ਕਿ ਬਹੁਤ 50-50 ਹੈ। ਕੁਝ ਪ੍ਰੋਜੈਕਟ ਐਸੇ ਆ ਰਹੇ ਆ ਜਿਹੜੇ ਬਹੁਤ ਰੀਅਲਿਸਟਿਕ ਬੇਸਡ ਹੈਗੇ ਆ,
ਉਹ ਸਿੱਧੇ ਤੌਰ ਤੇ ਪਬਲਿਕ ਨੂੰ ਹਿੱਟ ਕਰਦੇ ਆ ਔਰ ਉਹ ਪਬਲਿਕ ਦੀਆਂ ਡਿਮਾਂਡਸ ਨੂੰ, ਪਬਲਿਕ ਦੀ ਸੋਚ ਨੂੰ ਲੈ ਕੇ ਉਹ ਫਿਰ ਤੁਸੀਂ ਦੇਖੋਗੇ ਕਿ ਉਹ ਬਹੁਤ ਪਸੰਦ ਵੀ ਕੀਤੇ ਜਾਂਦੇ ਆ ਜੀ, ਜਿਹੜੇ ਪਬਲਿਕ ਨੂੰ ਸਿੱਧੇ ਤੌਰ ਤੇ ਜੋੜਦੇ ਆ ਜੀ, ਜਿਹੜੇ ਇਹ ਪਰ ਇਹ ਬਹੁਤ 50-50 ਆ। ਬਹੁਤ ਸਾਰੀਆਂ ਚੀਜ਼ਾਂ ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਇੱਕ ਦੌਰ ਸੀ ਜਦੋਂ ਦੁਨੀਆ ਭਰ ਦੇ ਵਿੱਚ 2 ਕੈਂਪ ਸੀ, ਇੱਕ ਅਮਰੀਕਾ ਦਾ, ਇੱਕ ਸੋਵੀਅਤ ਯੂਨੀਅਨ ਦਾ, ਤੇ ਉਦੋਂ ਰਾਜ ਕਪੂਰ ਦਾ ਇੱਕ ਦੌਰ ਸੀ, ਜਾਂ ਉਹ ਸਿਨੇਮੇ ਦਾ ਇੱਕ ਦੌਰ ਸੀ ਜਿਹ ਚ ਸੋਸ਼ਲਿਜ਼ਮ ਜਿਹੜਾ ਹੈ ਇੱਕ ਪੂਰਾ ਦਾ ਪੂਰਾ ਇੱਕ ਫੈਸ਼ਨ ਸੀ। ਬਿਲਕੁਲ ਫੈਸ਼ਨ ਦੇ ਤੌਰ ਤੇ ਵੀ ਲਿਆ ਗਿਆ ਉਹਨੂੰ, ਬਿਲਕੁਲ ਫੈਸ਼ਨ ਦੇ ਤੌਰ ਤੇ ਪਰ ਉਹਦੇ ਬਾਵਜੂਦ ਵੀ ਇੰਨਾ ਚੰਗਾ ਕ੍ਰੀਏਟਿਵ ਕੰਮ ਹੋਇਆ। ਤੇ ਅੱਜ ਮੈਨੂੰ ਲੱਗਦਾ ਵੀ ਲੋਕ ਸ਼ਾਇਦ ਜ਼ਿਆਦਾ ਦੁਖੀ ਨੇ, ਪਰ ਅੱਜ ਉਸ ਚੀਜ਼ ਦੀ ਜ਼ਰੂਰਤ ਜ਼ਿਆਦਾ ਆ। ਪਰ ਜਿਹੜੀ ਸ਼ਾਇਦ ਜਿਸ ਕਿਸਮ ਦੀ ਸਿਚੁਏਸ਼ਨ ਵਰਲਡ ਲੈਵਲ ਤੇ ਹੈ, ਨਵੇਂ ਸਾਰੇ ਕੰਸਰਨ ਜਿਹੜੇ ਬਣ ਰਹੇ ਆ, ਉਹਦੇ ਚ ਮੈਨੂੰ ਲੱਗਦਾ ਵੀ ਮਨੁੱਖ ਜਿਹੜਾ, ਜਿੱਦਾਂ ਤੁਸੀਂ ਇਕੱਲਤਾ ਦੀ ਵੀ ਗੱਲ ਕੀਤੀ, ਉਹਦਾ ਕਾਰਨ ਵੀ ਇਹੀ ਹੈ। ਬਿਲਕੁਲ ਇਕੱਲੇ ਹੋਣ ਦਾ ਕਾਰਨ ਵੀ ਉਹੀ ਹੈ ਵੀ ਸ਼ਾਇਦ ਸਾਡੇ ਐਟੀਟਿਊਡ ਜਿਹੜੇ ਆ ਬਦਲ ਗਏ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਸੁਸ਼ੀਲ ਜੀ, ਜਿੱਦਾਂ ਤੁਸੀਂ ਹੁਣ ਰਾਜ ਕਪੂਰ ਜੀ ਉਹਨਾਂ ਦੇ ਦੌਰ ਦੀ ਗੱਲ ਕੀਤੀ ਹੈ, ਉਸ ਟਾਈਮ ਦੀ ਗੱਲ ਕੀਤੀ ਹੈ, ਉਦੋਂ ਕੀ ਸੀਗਾ ਕਿ ਸੋਸ਼ਲ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਨਾ ਬੜੇ ਪੋਜ਼ਿਟਿਵ ਚੀਜ਼ਾਂ ਨੂੰ ਉੱਪਰ ਰੱਖਿਆ ਜਾਂਦਾ ਸੀ। ਮਤਲਬ ਨੈਗੇਟਿਵ ਤਾਂ ਉਦੋਂ ਵੀ ਰਹੀਆਂ ਹੀ ਹੋਣਗੀਆਂ ਨਾ, ਬਿਲਕੁਲ ਲਾਜ਼ਮੀ ਹੈ ਨਾ। ਹਰ ਸੋਸ਼ਲ ਸਿਸਟਮ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਦੋਨੋਂ ਹੁੰਦੀਆਂ, ਪਰ ਉਸ ਟਾਈਮ ਤੇ ਕੀ ਹੁੰਦਾ ਸੀਗਾ ਕਿ ਪੋਜ਼ਿਟਿਵ ਚੀਜ਼ਾਂ ਨੂੰ ਹਮੇਸ਼ਾ ਉੱਪਰ ਚੱਕਿਆ ਜਾਂਦਾ ਸੀਗਾ। ਹੁਣ ਜਿਹੜੀਆਂ ਚੀਜ਼ਾਂ ਆ ਨਾ, ਹੁਣ ਜਿਹੜੇ ਪਲੇਟਫਾਰਮ ਹੈਗੇ ਆ ਨਾ, ਉਹ ਚੱਕੇ ਤਾਂ ਰੀਅਲ ਲਾਈਫ ਤੋਂ ਜਾਂਦੇ, ਪਰ ਅਸੀਂ ਉਜਾਗਰ ਕਿਹੜੀਆਂ ਚੀਜ਼ਾਂ ਨੂੰ ਕਰਦੇ ਆ ਜ਼ਿਆਦਾ? ਨੈਗੇਟਿਵ ਚੀਜ਼ਾਂ ਨੂੰ। ਉਹ ਜਿਹੜਾ ਡਿਫਰੈਂਸ ਹੈ ਨਾ, ਉਹ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਕਿ ਉਹ ਅੱਜ ਦੇ ਜਿਹੜਾ ਸਾਡਾ ਮੀਡੀਆ ਹੈਗਾ ਨਾ, ਉਹਦੇ ਤੇ ਜ਼ਿਆਦਾ ਹਾਵੀ ਹੋ ਰਿਹਾ, ਜਿਹੜੀ ਕਿ ਇੱਕ ਥੋੜੀ ਜੀ ਮੈਂ ਕਹੂੰਗੀ ਕਿ ਮਾੜੀ ਗੱਲ ਹੈ। ਅੱਛਾ, ਸਾਡੇ ਕੋਲ ਸਮਾਂ ਘੱਟ ਹੈ, ਵੈਸੇ ਤਾਂ ਬਹੁਤ ਹੋਰ ਗੱਲਾਂ ਕਰਨ ਵਾਲੀਆਂ। ਕਲਾ ਦੇ ਮਾਧਿਅਮ, ਜਿਹੜਾ ਕਲਾ ਦਾ ਮਾਧਿਅਮ ਹੈ, ਬਹੁਤ ਇੰਪੋਰਟੈਂਟ ਹੈ। ਇਹਨੇ ਬਹੁਤ ਜ਼ਿਆਦਾ ਜਿਹੜਾ ਜਨ ਮਾਨਸ ਹੁੰਦਾ ਹੈ ਉਹਦੇ ਤੇ ਪ੍ਰਭਾਵ ਪਾਉਣਾ ਹੁੰਦਾ, ਉਹਦੇ ਬਹੁਤ ਸਾਰੇ ਨਤੀਜੇ ਨਿਕਲਦੇ ਵੀ ਅਸੀਂ ਦੇਖਦੇ ਹਾਂ। ਇਹ ਤੇ ਕਿਸੇ ਦਿਨ ਫਿਰ ਆਪਾਂ ਚਰਚਾ ਕਰਾਂਗੇ। ਪਰ ਜਿਹੜਾ ਦੌਰ ਆ ਇਸ ਵੇਲੇ, ਜਿਹੜਾ ਕਰੋਨਾ ਮਹਾਮਾਰੀ ਦਾ ਦੌਰ ਹੈ, ਇਹਨੇ ਤੁਹਾਡਾ ਜਿਹੜਾ ਇਹ ਪੂਰੀ ਦਾ ਪੂਰੀ ਜਿਹੜੀ ਇੰਡਸਟਰੀ ਹੈ, ਚਾਹੇ ਉਹ ਟੈਲੀਵਿਜ਼ਨ ਦੀ ਇੰਡਸਟਰੀ ਹੈ, ਚਾਹੇ ਫਿਲਮ ਇੰਡਸਟਰੀ ਹੈ, ਈਵਨ ਜਿਹੜੇ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਥੀਏਟਰ ਗਰੁੱਪ ਸੀਗੇ, ਬਹੁਤ ਬੁਰੀ ਤਰ੍ਹਾਂ ਇਹਨੂੰ ਪ੍ਰਭਾਵਿਤ ਕੀਤਾ। ਤੁਸੀਂ ਇਹਦੇ ਬਾਰੇ ਕਿੱਦਾਂ ਸੋਚਦੇ ਹੋ? ਮੈਂ ਇਹੀ ਸੋਚਦੀ ਹਾਂ ਕਿ ਇਹ ਦੇਖੋ, ਇਹ ਜਿਹੜਾ ਹੁਣ ਦੌਰ ਆਇਆ ਹੈ ਨਾ, ਇਹਦੇ ਅੰਦਰ ਅਸੀਂ ਸਾਰੇ ਦੇ ਸਾਰੇ ਜਿਹੜੇ ਲੋਕ ਆ ਨਾ, ਅਸੀਂ ਮਤਲਬ ਹੈਲਪਲੈਸ ਹੋ ਚੁੱਕੇ ਹਾਂ ਜੀ। ਸਾਨੂੰ ਉਮੀਦ ਕਿੱਥੋਂ ਹੈ? ਉਮੀਦ ਜਿਹੜੀ ਹੈ ਨਾ, ਉਹ ਇਹ ਹੋ ਸਕਦੀ ਹੈ ਕਿ ਜਿੱਦਾਂ ਹੀ ਇਸ ਚੀਜ਼ ਚੋਂ ਨਿਕਲਿਆ ਜਾਏ, ਕਿਉਂਕਿ ਉਹ ਚੋਂ ਨਿਕਲਣਾ ਸਾਡੇ ਵੱਸ ਦਾ ਨਹੀਂ ਹੈ। ਜੇ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਖੁੱਲਣਗੀਆਂ ਨਹੀਂ ਉਦੋਂ ਤੱਕ, ਪਰ ਜਦੋਂ ਹੀ ਇਹ ਖੁੱਲਣ, ਮੈਨੂੰ ਲੱਗਦਾ ਕਿ ਸਾਰੇ ਗਰੁੱਪਸ ਨੂੰ ਮਿਲ ਕੇ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ। ਸਿਰਫ ਇਹ ਨਹੀਂ ਹੈ ਕਿ ਆਰਟਿਸਟ ਨੇ ਆਰਟਿਸਟ ਦਾ ਸੋਚਣਾ, ਮੈਂ ਕਹਿੰਦੀ ਹਾਂ ਪ੍ਰੋਡਿਊਸਰ, ਡਾਇਰੈਕਟਰ, ਐਵਰੀਬਡੀ ਜਿਹੜੇ ਇਸ ਚੀਜ਼ ਦੇ ਸਫਰਰ ਹੈਗੇ ਆ, ਇਵਨ ਟੈਕਨੀਸ਼ੀਅਨਸ ਵੀ ਜਿਹੜੇ ਹੈਗੇ ਆ, ਉਹ ਵੀ ਸਫਰ ਕਰ ਰਹੇ ਆ। ਟੈਕਨੀਸ਼ੀਅਨ ਜ਼ਿਆਦਾ ਸਫਰਰ ਹੈ। ਹਾਂ, ਮੈਂ ਉਹੀ ਕਰੀ ਸਾਰੇ ਜਿਹੜਾ ਮਤਲਬ ਸਪਾਟ ਹੋਏ ਆ ਜਾਂ ਬਾਕੀ ਲੋਕ ਹੈ, ਕਿਉਂਕਿ ਸਿੱਧੇ ਤੌਰ ਤੇ ਉਹ ਤਾਂ ਸਰਵਾਈਵ ਹੀ ਨਹੀਂ ਕਰ ਪਾਉਂਦੇ। ਬਿਲਕੁਲ। ਹੁਣ ਜਿਸ ਤਰ੍ਹਾਂ ਮੈਂ ਇੱਕ ਸੀਰੀਅਲ ਕਰ ਰਹੀ ਹਾਂ, ਸਾਡੇ ਅਗਰ ਨੀਚੇ ਤੋਂ ਲੈ ਕੇ ਉੱਪਰ ਤੱਕ ਦੇ ਮੈਂਬਰਸ ਗਿਣੀਏ ਤਾਂ ਅਸੀਂ 80 ਮੈਂਬਰ ਆ ਜੀ, ਰਾਈਟ। ਅਸੀਂ ਤੁਸੀਂ ਸੀਰੀਅਲ ਦੀ ਗੱਲ ਕੀਤੀ ਆ, ਆਪਾਂ ਗੱਲ ਵੀ ਮੁਕਾਉਣੀ ਆ। ਉਡਾਰੀਆਂ ਸੀਰੀਅਲ ਜਿਹੜਾ ਇਸ ਵੇਲੇ ਕਲਰ ਚੈਨਲ ਦੇ ਉੱਤੇ ਜਿਹੜਾ ਇਸ ਵੇਲੇ ਚੱਲ ਰਿਹਾ ਤੇ ਬੜਾ ਉਹਦੀ ਪਪੂਲੈਰਿਟੀ ਵੀ ਹੈ ਜੀ। ਇਹਦੇ ਚ ਤੁਸੀਂ ਕਿੱਥੇ ਹੋ ਤੇ ਤੁਸੀਂ ਇਸ ਸੀਰੀਅਲ ਬਾਰੇ, ਸਰਗੁਣ ਮਹਿਤਾ ਸ਼ਾਇਦ ਇਹਦੇ ਪ੍ਰੋਡਿਊਸਰ ਹੈਗੇ ਆ, ਇਹਦੇ ਬਾਰੇ ਕੋਈ ਗੱਲ ਕਰਨੀ ਚਾਹੋ ਤਾਂ? ਇਹ ਸੀਰੀਅਲ ਬਸ ਇਸੇ ਤਰ੍ਹਾਂ ਹੀ ਨਾ, ਮੈਂ ਜਦੋਂ ਕੋਵਿਡ ਤੋਂ ਪਹਿਲਾਂ ਬੰਬੇ ਤੋਂ ਆ ਗਈ ਸੀਗੀ ਤਾਂ ਮੈਂ ਸੋਚਿਆ ਸੀਗਾ ਕਿ ਹੁਣ ਬੰਬੇ ਪਤਾ ਨਹੀਂ ਕਦੋਂ ਜਾ ਹੋਣਾ ਵਾ, ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ। ਤੇ ਮੈਂ ਵੀ ਇੱਕ ਦਿਨ ਹਾਸੇ ਤੋਂ ਕਹਿਤਾ ਸੀ ਵੀ ਹੁਣ ਤਾਂ ਬੰਬੇ ਹੀ ਉੱਠ ਕੇ ਆ ਜਾਊਗਾ। ਤਾਂ ਬਾਈ ਚਾਂਸ ਕੋਵਿਡ ਦੇ ਦੌਰਾਨ ਹੀ ਇਹ ਉਹਨਾਂ ਨੇ ਡਿਸਾਈਡ ਕੀਤਾ, ਕਿਉਂਕਿ ਬੰਬੇ ਸਾਰਾ ਬੰਦ ਹੋ ਗਿਆ ਸੀਗਾ, ਕਿ ਇਹਦਾ ਸ਼ੂਟ ਚੰਡੀਗੜ੍ਹ ਕੀਤਾ ਜਾਏ। ਤੇ ਮੈਂ ਚੰਡੀਗੜ੍ਹ ਆ ਗਈ ਇਸ ਪ੍ਰੋਜੈਕਟ ਦੇ ਸਿਲਸਿਲੇ ਦੇ ਵਿੱਚ। ਮੇਰਾ ਸ਼ਾਇਦ ਇੱਥੇ ਡੈਸਟਨੀ ਮੈਨੂੰ ਖਿੱਚ ਕੇ ਲੈ ਆਈ। ਇਹ ਸੀਰੀਅਲ ਬਹੁਤ ਅੱਛਾ ਕੰਮ ਕਰ ਰਿਹਾ ਹੈ। ਸਰਗੁਣ ਮਹਿਤਾ ਦੀ ਆਪਣੀ ਸਟੋਰੀ ਹੈਗੀ ਹੈ, ਮਤਲਬ ਆਪਣੀ ਇਨ ਦਾ ਸੈਂਸ ਨਾਟ ਆਪਣੀ ਪਰਸਨਲ ਲਾਈਫ ਤੋਂ ਨਹੀਂ, ਪਰ ਉਹਦੀ ਲਿਖੀ ਹੋਈ ਸਟੋਰੀ ਹੈ, ਉਹਦੀ ਸੋਚੀ ਹੋਈ ਸਟੋਰੀ ਹੈ। ਉਹ ਸਾਰੀ ਉਹ ਮਤਲਬ ਪੰਜਾਬ ਬੇਸਡ ਹੈ, ਉਹ ਚ ਕੈਨੇਡਾ ਦਾ ਜ਼ਿਕਰ ਹੈ ਜੀ। ਔਰ ਜਿਹੜਾ ਚਾਹ ਬੜਾ ਲੋਕਾਂ ਨੂੰ ਕੈਨੇਡਾ ਜਾਣ ਦਾ, ਕੋਈ ਇਦਾਂ ਦਾ ਬਿਲਕੁਲ ਇਸ ਤਰ੍ਹਾਂ ਦਾ ਹੈਗਾ ਵਾ। ਲੋਕਾਂ ਨੂੰ ਹਿੱਟ ਵੀ ਕਰ ਰਿਹਾ ਹੈ ਵਾਲਾ, ਕਿਉਂਕਿ ਉਹ ਬਹੁਤ ਲੋਕਾਂ ਨੂੰ ਆਪਣੇ ਨੇੜੇ ਲੱਗਦਾ ਆ। ਔਰ ਮੇਰਾ ਇਹਦੇ ਵਿੱਚ ਜਿਹੜਾ ਕਿਰਦਾਰ ਹੈ ਉਹਨੂੰ ਮੈਂ ਬਹੁਤ ਇੰਜੋਏ ਕਰ ਰਹੀ ਹਾਂ। ਉਹ ਇੱਕ ਆਖਰੀ ਗੱਲ ਦੱਸੋ, ਤੁਸੀਂ ਬੰਬੇ ਤੋਂ ਬਾਅਦ ਚੰਡੀਗੜ੍ਹ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਆਪਣੇ ਘਰ ਵਾਪਸ ਆ ਗਏ। ਚਲੋ ਠੀਕ ਹੈ, ਕਿਸੇ ਦਿਨ ਫਿਰ ਗੱਲਾਂ ਕਰਾਂਗੇ। ਤੇ ਰੇਡੀਓ ਏਸ਼ੀਆ ਤੇ TV@Asia ਲਈ ਮੇਰੇ ਨਾਲ ਸਨ ਘਰ ਆਏ ਮਹਿਮਾਨ ਦੇ ਵਿੱਚ ਗੁਰਵਿੰਦਰ ਗੌਰੀ। ਕਦੇ ਫਿਰ ਵਕਤ ਮਿਲਿਆ ਤੇ ਇਹਨਾਂ ਨਾਲ ਫਿਰ ਗੱਲਾਂ ਕਰਾਂਗੇ, ਪਰ ਹਰ ਹਫਤੇ ਤੁਹਾਡੇ ਨਾਲ ਇੱਕ ਮਹਿਮਾਨ ਨੂੰ ਮਿਲਾਵਾਂਗੇ। ਉਹ ਵੱਖਰੇ ਖੇਤਰ ਤੋਂ ਹੋ ਸਕਦਾ ਹੈ, ਚਾਹੇ ਫਿਲਮ ਦਾ ਹੋਵੇ, ਥੀਏਟਰ ਦਾ, ਜਾਂ ਕਿਸੇ ਵੀ ਹੋਰ ਖੇਤਰ ਦਾ, ਸਿਆਸਤ ਦਾ। ਆਪਾਂ ਮਿਲਾਂਗੇ ਹਰ ਹਫਤੇ ਇੱਕ ਨਵੇਂ ਮਹਿਮਾਨ ਦੇ ਨਾਲ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।